ਤੇ ਅੱਜ ਅਸੀਂ ਤੁਹਾਨੂੰ ਮਿਲਾਨ ਆਇਆ ਇਹੋ ਜਿਹੇ ਸ਼ਖਸ ਦੇ ਨਾਲ ਜਿਹੜੇ ਵਾਹਿਗੁਰੂ ਦੇ ਜਾਪ ਦੇ ਨਾਲ ਤੇ ਦਵਾਈ ਦੀ ਕੁਝ ਬੂੰਦਾਂ ਦੇ ਨਾਲ ਹੀ ਅੱਖਾਂ ਦੇ ਜਿਹੜੇ ਮਰਜ਼ੀ ਰੋਗ ਹੋ ਉਹਨੂੰ ਠੀਕ ਕਰ ਸਕਦਾ ਹੈ। सर ये तो छोटा सा बच्चा है सर, इन्हों की दिक्कत है? बिल्कुल ब्लाइंड सीज है। आप पहले आए थे, आपको कुछ दिखता था? नहीं। अब दिखता है? एक आँख नाल दिखता है। एक आँख से दिखना शुरू हुआ है आपको? दूजी नाल भी दिसदा है। आ तो तुसी अगे उत्थे खड़े रहोगे ये तुहानू दस दूगा तुसी उत्थे होगे, पहला नहीं दिसदा सी इन्हू। करिए एक लाइव टेस्ट। आप 1 मिनट वहाँ जाएंगे? अंकित मेरी उंगल बताना, ठीक है? मैं कितना 6 कमाल है, ਜਿਹੜਾ ਬੱਚਾ ਦੇਖ ਨਹੀਂ ਸਕਦਾ ਸੀਗਾ ਉਹ ਦੂਰੋਂ ਥੋੜਾ ਥੋੜਾ ਦੇਖ ਕੇ 6 ਉਂਗਲੀਆਂ ਵੀ ਦੱਸ ਸਕਦਾ ਹੈ। ਤੇ ਸਰ ਤੁਸੀਂ ਦੱਸੋ ਇਹਨਾਂ ਦੀ ਅੱਖ ਦੇਖकर ਤੁਹਾਨੂੰ ਕੀ ਲੱਗਦਾ ਹੈ ਕੀ ਦਿੱਕਤ ਹੈਗੀ ਸਰ? ਇਹਨਾਂ ਦੇ ਗਲੂਕੋਮਾ ਜੀ ਕਾਫੀ ਲੱਖਾਂ ਰੁਪਏ ਹੁਣ ਤੱਕ ਖਰਚ ਕਰ ਦਿੱਤੇ ਹੋਣਗੇ। ਹਾਂ ਹੋ ਗਏ ਹੋਣਗੇ ਜੀ। ਪਹਿਲਾਂ ਇੱਕ ਦਵਾਈ ਪਾਈ, ਫਿਰ ਜਦੋਂ ਉਹਦਾ ਅਸਰ ਘਟ ਗਿਆ ਫਿਰ 2 ਹੋ ਗਈਆਂ, ਫਿਰ ਦੂਜੀ ਦਾ ਅਸਰ ਘਟ ਗਿਆ ਫਿਰ ਇੱਕ ਹੋਰ ਲਾਤੀ 3 ਹੋ ਗਈਆਂ। ਪਰ ਇੱਕ ਚੀਜ਼ ਮੈਨੂੰ ਇਹਨਾਂ ਦੀ ਜਿਹੜੀ ਵਧੀਆ ਲੱਗੀ ਹੋਇਆ ਕਿ ਮੈਂ ਐਲੋਪੈਥੀ ਤਾਂ ਮੈਂ ਛੱਡ ਹੀ ਨਹੀਂ ਸਕਦਾ ਗਾ। ਕਹਿੰਦੇ ਵੀ ਮੈਨੂੰ ਫਸਟ ਟਾਈਮ ਜਦੋਂ ਡਿਟੈਕਟ ਹੋਇਆ ਸੀ ਡਾਕਟਰ ਕਹਿੰਦੇ ਵੀ ਰੋਟੀ ਖਾਣੀ ਭੁੱਲ ਜਾਣੀ ਤੇ ਦਵਾਈ ਨਹੀਂ ਭੁੱਲਣੀ, ਵੀ ਅੱਖ ਦਾ ਪ੍ਰੈਸ਼ਰ ਵੱਧ ਜਾਂਦਾ। ਤੇ ਮੈਂ ਹੋਮੋਪੈਥੀ ਵੀ ਟਰਾਈ ਕੀਤੀ ਨਾਲ, ਉਹਨਾਂ ਦੀ ਵੀ ਹਿੰਮਤ ਨਹੀਂ ਪਈ ਵੀ ਮੇਰੀ ਦਵਾਈ ਬੰਦ ਕਰਾ ਦੇਣ ਐਲੋਪੈਥੀ ਦੀ। ਇਹਨਾਂ ਕੋਲੇ ਮੈਂ ਅੱਜ ਆਇਆ, ਇਹ ਕਹਿੰਦੇ ਅੱਜ ਤੋਂ ਦਵਾਈਆਂ ਬੰਦ ਤੁਹਾਡੀਆਂ। ਹੋਰ ਬੰਦੇ ਨਾਲ ਤੁਹਾਨੂੰ ਮਿਲਾਨੇ ਸਰ, ਪਹਿਲੇ ਮੈਂ ਪੁੱਛਾਂਗੀ ਕੁੜੀ ਨੂੰ ਕੀ ਦਿੱਕਤ ਸੀਗੀ ਸਰ? ਇਹਦੀ ਨਜ਼ਰ ਕਮਜ਼ੋਰ ਹੈ ਜੀ, ਕਾਫੀ ਜ਼ਿਆਦਾ ਵੀਕ ਹੈਗੀ ਨਜ਼ਰ ਇਹਦੀ। ਲੇਕਿਨ ਹੁਣ ਇਹ ਸੀ ਕਿ ਡਾਕਟਰ ਸਾਹਿਬ ਦੀ ਗੱਲ, ਹੁਣ ਕਰਾਂਗੇ ਡਾਇਰੈਕਟ ਪੇਸ਼ੈਂਟ ਨਾਲ ਗੱਲ ਕਿ ਉਹਨੂੰ ਕਿੰਨਾ ਫਰਕ ਪਏ। ਮੈਨੂੰ ਸਪੈਕਸ ਲੱਗੀ ਸੀ 4 4.5 ਨੰਬਰ ਦੀ। ਪਹਿਲਾਂ ਮੈਂ ਆਈ ਸੀ, ਮੈਂ ਬੋਰਡ 4 ਕਦਮ ਤੋਂ ਪੜ੍ਹਦੀ ਸੀ, ਹੁਣ ਮੈਂ 20 ਕਦਮ ਤੋਂ ਪੜ੍ਹ ਲੈਂਦੀ ਆ। ਇੱਥੇ ਹੀ ਮੇਰਾ ਲਗਭਗ 1 ਸਾਲ ਪਹਿਲਾਂ ਹੀ ਮੇਰਾ ਮੈਡੀਕਲ ਸੀਗਾ ਨੇਵੀ ਦੇ ਵਿੱਚ। ਮੈਂ ਪੇਪਰ ਸਾਰੇ ਕਲੀਅਰ ਕਰਕੇ ਇੰਟਰਵਿਊ ਦੇ ਕੇ ਉਸ ਤੋਂ ਬਾਅਦ ਮੇਰਾ ਫਾਈਨਲ ਮੈਡੀਕਲ ਦੇ ਵਿੱਚ ਮੈਂ ਕੱਢਦਾ। ਤੇ ਆਓ ਹੁਣ ਇੱਕ ਵਾਰੀ ਡਾਕਟਰ ਸਾਹਿਬ ਤੁਹਾਨੂੰ ਐਨਾਲਾਈਜ਼ ਕਰਨਗੇ। ਸਰ ਤੁਹਾਨੂੰ ਕੀ ਲੱਗਦਾ ਇਹਨਾਂ ਨੂੰ? ਇਹ ਆਪਣਾ ਸਿਲੈਕਸ਼ਨ ਚਾਹੁੰਦੇ ਨੇ ਨੇਵੀ 'ਚ? ਬਿਲਕੁਲ 100% ਹੋਊਗਾ ਜੀ ਇਹਨਾਂ ਦਾ ਸਿਲੈਕਸ਼ਨ। ਤੁਸੀਂ ਹਰ ਵਾਰੀ ਇਹ ਕਹਿੰਦੇ ਹੋ ਕਿ 100% ਤੁਹਾਨੂੰ ਫਰਕ ਪਏਗਾ ਸਰ। 100% ਕਹਿਣਾ ਮਤਲਬ ਬਹੁਤ ਸ਼ੋਰਿਟੀ ਹੋ ਜਾਂਦੀ ਹੈ। ਦੇਖੋ ਜੀ ਮੈਂ ਤਾਂ ਗੁਰੂ ਰਾਮਦਾਸ ਜੀ ਤੇ ਭਰੋਸਾ ਕਰਦਾ, ਕਿਉਂਕਿ ਮੈਨੂੰ ਯਕੀਨ ਹੁੰਦਾ, ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਿਣਾ ਵੀ ਬਿਲਕੁਲ ਠੀਕ ਹੋ ਜਾਓਗੇ। ਬਾਕੀ ਕਿਰਪਾ ਉਹਨਾਂ ਦੀ ਹੁੰਦੀ ਹੈ ਉਹ। ਜਸਟ ਅ ਵੈਰੀ ਪਰਸਨਲ ਥਿੰਗ। ਮੇਰੀ ਇੱਕ ਵਾਰੀ ਅੱਖਾਂ ਖਰਾਬ ਹੋ ਗਈਆਂ ਸੀਗੀਆਂ ਅਬਾਊਟ 10 ਸਾਲ ਪਹਿਲਾਂ, ਬਹੁਤ ਮਾਈਨਰ ਜੀ ਖਰਾਬ ਹੋਈਆਂ ਸੀ। ਮੈਨੂੰ ਮੇਰਾ ਪਹਿਲਾ ਜੌਬ ਇਹੋ ਜਿਹਾ ਸੀਗਾ, 8 to 5 ਜੌਬ ਸੀਗਾ, ਸਕਰੀਨ ਟਾਈਮ ਬਹੁਤ ਸੀਗਾ ਤੇ ਮੈਨੂੰ ਪਤਾ ਲੱਗਣ ਲੱਗ ਗਿਆ ਸੀ 3 ਕੁ ਮਹੀਨਿਆਂ 'ਚ ਕਿ ਮੇਰੀ ਅੱਖਾਂ ਖਰਾਬ ਹੋ ਰਹੀਆਂ ਨੇ। सो मैं हफ्ता की यूज़ की थी, मेरी हफ्ते च ही अखा ठीक हो गया सी। पहले जो मेडिकल में मेरा 6/12 था उसमें मैं बाहर हो गया था। अब फिर से मेरे पेपर फिर से निकाला है, इस बार फिर से मेडिकल में दवाई डलवाने आया हुआ, इस वजह से। तो आपको फ़र्क पड़ा आपकी आंखों की रोशनी में? हाँ जी। मैं तो यही कहना चाहूँगा कि लेसिक तो जितना हो सके उतना अवॉइड करना चाहिए, और उसके बाद मतलब अगर छोटा बहुत नंबर है तो अंकल के पास आके दवाई लो, ज़्यादा नंबर है तो थोड़ा टाइम तो लगेगा पर बिल्कुल फिट हो जाएगी। ब्यूटी लाइज इन द आइज़ ऑफ द बिहोल्डर। सानू ये दुनिया खूबसूरत लगती है सिर्फ अपनी अखां करके। ਤੇ ਅੱਜ ਅਸੀਂ ਤੁਹਾਨੂੰ ਮਿਲਾਨ ਆਇਆ ਇਹੋ ਜਿਹੇ ਸ਼ਖਸ ਦੇ ਨਾਲ ਜਿਹੜੇ ਵਾਹਿਗੁਰੂ ਦੇ ਜਾਪ ਦੇ ਨਾਲ ਤੇ ਦਵਾਈ ਦੀ ਕੁਝ ਬੂੰਦਾਂ ਦੇ ਨਾਲ ਹੀ ਅੱਖਾਂ ਦੇ ਜਿਹੜੇ ਮਰਜ਼ੀ ਰੋਗ ਹੋ ਉਹਨੂੰ ਠੀਕ ਕਰ ਸਕਦਾ ਹੈ। ਕਹਾਂ ਸੇ ਆਏ ਆਪ? जी कानपुर से, कन्नौज यूपी कन्नौज से। यूपी कन्नौज से। जी। आपको इस जगह के बारे में किसने बताया? हमारे साथ के कुछ लोग आए थे, वो ले गए थे दवा तो उनको आराम हुआ तो हम आए थे यहाँ। उनको आराम मिला यहाँ से? जी हाँ मिला, उनका पूरा आराम। उनको आराम। ਹੋਰ ਬੰਦੇ ਨਾਲ ਤੁਹਾਨੂੰ ਮਿਲਾਨੇ ਸਰ, ਪਹਿਲੇ ਮੈਂ ਪੁੱਛਾਂਗੀ ਕੁੜੀ ਨੂੰ ਕੀ ਦਿੱਕਤ ਸੀਗੀ ਸਰ? ਇਹਦੀ ਨਜ਼ਰ ਕਮਜ਼ੋਰ ਹੈ ਜੀ, ਕਾਫੀ ਜ਼ਿਆਦਾ ਵੀਕ ਹੈਗੀ ਨਜ਼ਰ ਇਹਦੀ, ਤੇ ਕਾਫੀ ਸਮੇਂ ਤੋਂ ਇਹ ਦਵਾਈ ਪਾ ਰਹੀ ਹੈ ਸਾਡੇ ਕੋਲੇ। ਔਰ ਕਿੰਨਾ ਟਾਈਮ ਹੋ ਗਿਆ ਸਰ ਇਹਨੂੰ ਇੱਥੇ? ਤਕਰੀਬਨ 3-4 ਮਹੀਨੇ ਹੋ ਗਏ ਇਹਨੂੰ। 3-4 ਮਹੀਨੇ ਹੋ ਗਏ ਇਹਨੂੰ ਇੱਥੇ। ਲੇਕਿਨ ਹੁਣ ਇਹ ਸੀ ਕਿ ਡਾਕਟਰ ਸਾਹਿਬ ਦੀ ਗੱਲ, ਹੁਣ ਕਰਾਂਗੇ ਡਾਇਰੈਕਟ ਪੇਸ਼ੈਂਟ ਨਾਲ ਗੱਲ ਕਿ ਉਹਨੂੰ ਕਿੰਨਾ ਫਰਕ ਪਏ। ਕੀ ਨਾਮ ਹੈ ਆਪਕਾ? ਲక్ష్ਮੀ। ਲక్ష్ਮੀ ਤੁਸੀਂ ਕਿੱਧਰ ਦੇ ਹੈਗੇ ਹੋ? ਆਪਣੇ ਲੁਧਿਆਣਾ ਦੇ? ਲੁਧਿਆਣਾ ਦੇ ਹਾਂ। ਤੇ ਤੁਹਾਨੂੰ ਕੀ ਇੱਥੇ ਆਉਂਦੇ ਹੋਏ ਕਿੰਨਾ ਕੁ ਟਾਈਮ ਹੋ ਗਿਆ? 4 ਮਹੀਨੇ ਹੋਣ ਵਾਲੇ ਮੈਨੂੰ। ਕੀ ਦਿੱਕਤ ਸੀ ਕਿ ਤੁਹਾਨੂੰ ਇੱਥੇ ਆ ਕੇ ਕੁਝ ਫਰਕ ਪਿਆ? ਮੈਨੂੰ ਸਪੈਕਸ ਲੱਗੀ ਸੀ 4 4.5 ਨੰਬਰ ਦੀ। ਪਹਿਲਾਂ ਮੈਂ ਆਈ ਸੀ, ਮੈਂ ਬੋਰਡ 4 ਕਦਮ ਤੋਂ ਪੜ੍ਹਦੀ ਸੀ, ਹੁਣ ਮੈਂ 20 ਕਦਮ ਤੋਂ ਪੜ੍ਹ ਲੈਂਦੀ ਆ। ਆਪਕਾ ਕੀ ਨਾਮ ਹੈ? मेरा तुलसी नाम है। ਸਰ ਇਹਨਾਂ ਨੂੰ ਕੀ ਦਿੱਕਤ ਸੀਗੀ ਸਰ? ਇਹਨਾਂ ਦੀ ਕਾਫੀ ਜ਼ਿਆਦਾ ਅੱਖਾਂ ਦੀ ਦਿੱਕਤ ਹੈਗੀ ਹੈ। ਇਹ ਆਲਮੋਸਟ ਬਲਾਈਂਡ ਦੇ ਨੇੜੇ ਨੇ, ਤਾਂ ਹੁਣ ਇਹਨਾਂ ਨੂੰ ਕਾਫੀ ਫਰਕ ਪਿਆ। ਕਾਫੀ ਸਮੇਂ ਤੋਂ ਸਾਡੇ ਕੋਲ ਆ ਰਹੇ ਨੇ, ਕਾਫੀ ਦਵਾਈ ਪਾ ਰਹੇ ਨੇ, ਤੇ ਇਹਨਾਂ ਨੂੰ ਮੈਂ ਹਰ ਦੂਸਰੇ ਤੀਸਰੇ ਦਿਨ ਚੈੱਕ ਕਰਦਾ ਰਹਿਣਾ, ਇਹਨਾਂ ਕਾਫੀ ਇੰਪਰੂਵਮੈਂਟ ਹੋਈ। ਹੁਣ ਇਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਸਿਰਫ ਡਾਕਟਰ ਸਾਹਿਬ ਦੀ ਗੱਲ ਨਹੀਂ ਪੁੱਛਾਂਗੀ ਜਾਂ ਮੰਨਾਂਗੀ, ਮੈਂ ਡਾਇਰੈਕਟ ਪੇਸ਼ੈਂਟ ਨਾਲ ਵੀ ਗੱਲ ਕਰਾਵਾਂਗੀ।
हाँ जी, आप यहाँ पर कब से आ रहे हो? जी 1 महीना हो गया। आपको 1 महीना हो गया। क्या दिक्कत थी आपको? मुझे नाइट ब्लाइंडनेस है। आपको नाइट ब्लाइंडनेस थी। हाँ जी। और आप जब आए थे तो आपको दैट मीन्स बिल्कुल भी नहीं दिखता सीगा? नहीं मतलब पकड़ के चलना पड़ता है। पकड़ के चलना। और अब मतलब मैं थोड़ा थोड़ा चल लेती हूँ। इसका मतलब थोड़ा थोड़ा दिखना शुरू हुआ। थोड़ा मतलब 1-2 कदम मेरे बड़े हैं अभी। ਹੁਣ ਅਸੀਂ ਗੱਲ ਕਰਾਂਗੇ ਇੱਕ ਹੋਰ ਕੇਸ ਹੈ। ਹੁਣ ਸਰ ਨੂੰ ਪੁੱਛਾਂਗੇ, ਸਰ ਇਹ ਤੇ ਛੋਟਾ ਜਿਹਾ ਬੱਚਾ ਹੈ, ਸਰ ਇਹਨੂੰ ਕੀ ਹਾਂਜੀ ਦਿੱਕਤ ਹੈ? ਬਿਲਕੁਲ ਬਲਾਈਂਡ ਸੀ ਜੀ ਇਹ। ਬਿਲਕੁਲ ਬਲਾਈਂਡ ਸੀਗੀ। ਹਾਂਜੀ ਹਾਂਜੀ ਤੇ ਸਰ ਉਹਨੂੰ ਕੀ ਹੁਣ ਕਾਫੀ ਜ਼ਿਆਦਾ ਫਰਕ ਹੈਗਾ ਇਹਨੂੰ ਅੱਛਾ ਤੇ ਸਰ ਕਾਫੀ ਸਮੇਂ ਤੋਂ ਦਵਾਈ ਪਾ ਰਿਹਾ ਬੱਚਾ ਇਹ, ਕਿਉਂਕਿ ਦਵਾਈ ਬੱਚਿਆਂ ਦੀ ਡਿਫਰੈਂਟ ਹੁੰਦੀ ਹੈ, ਇਹਨੂੰ ਹੌਲੀ ਹੌਲੀ ਫਰਕ ਪੈਂਦਾ ਜੀ, ਔਰ ਕਾਫੀ ਜ਼ਿਆਦਾ ਇਹਦੀ ਇੰਪਰੂਵਮੈਂਟ ਹੋਈ ਹੈ। ਮੈਂ ਦੇਖਿਆ ਸਰ ਬਜ਼ੁਰਗਾਂ ਤੇ ਬੱਚਿਆਂ ਨੂੰ ਹੀ ਜ਼ਿਆਦਾ ਅੱਖ ਦੀ ਪ੍ਰੋਬਲਮ ਹੋ ਰਹੀ ਹੈ। ਸਭ ਨੂੰ ਹੀ ਹੋ ਰਹੀ ਹੈ। ठीक है सर। हाँ, सब ਨੂੰ हो रही है। क्या नाम है आपका? अंकित। अंकित आप यहाँ पर कब से आ रहे हो? किसके साथ हो आप किसके साथ आते ਇਹ ਇਹਦੇ ਪਾਪਾ ਇਹਨੂੰ ਛੱਡ ਜਾਂਦੇ ਨੇ ਤੇ ਲੈ ਜਾਂਦੇ ਨੇ। हो? अच्छा, ये आप मेरे नाल ही आप रहता पहले है। आए थे, आपको कुछ दिखता था? नहीं। आप दिखता है? आप दिखता है? ਇੱਕ ਅੱਖ ਨਾਲ ਦਿਖਦਾ ਹੈ एक आंख से दिखना शुरू हुआ है आपको? ਦੂਜੀ ਨਾਲ ਵੀ ਦਿਸਦਾ ਹੈ। ਆ ਤਾਂ ਤੁਸੀਂ ਅੱਗੇ ਉੱਥੇ ਖੜੇ ਰਹੋਗੇ, ਇਹ ਤੁਹਾਨੂੰ ਦੱਸ ਦੂਗਾ ਤੁਸੀਂ ਉੱਥੇ ਹੋਗੇ। ਪਹਿਲਾਂ ਨਹੀਂ ਦਿਸਦਾ ਸੀ ਇਹਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਮਲੇਰਕੋਟਲੇ ਸੇ। ਮਲੇਰਕੋਟਲੇ ਤੋਂ। ਤੁਸੀਂ ਇੱਥੇ ਪਹਿਲੇ ਵੀ ਆਏ ਹੋਏ ਹੋ? ਹਾਂਜੀ 2 ਮਹੀਨੇ ਤੋਂ ਆ ਰਹੇ ਹਾਂ ਜੀ ਮੈਂ। ਤੇ ਕਿਉਂ ਆਏ ਸੀਗੇ ਤੁਸੀਂ ਇੱਧਰ? ਇੱਥੇ ਹੀ ਮੇਰਾ ਲਗਭਗ 1 ਸਾਲ ਪਹਿਲਾਂ ਹੀ ਮੇਰਾ ਮੈਡੀਕਲ ਸੀਗਾ ਨੇਵੀ ਦੇ ਵਿੱਚ। ਮੈਂ ਪੇਪਰ ਸਾਰੇ ਕਲੀਅਰ ਕਰਕੇ ਇੰਟਰਵਿਊ ਦੇ ਕੇ ਉਸ ਤੋਂ ਬਾਅਦ ਮੇਰਾ ਫਾਈਨਲ ਮੈਡੀਕਲ ਦੇ ਵਿੱਚ ਮੈਂ ਕੱਢਦਾ। ਮੇਰੀ ਇੱਕ ਆਈਜ਼ ਸੀਗੀ 6/18, ਇੱਕ ਆਈਜ਼ ਸੀਗੀ 6/12 ਤੇ ਉੱਥੇ ਆਊਟ ਸੀਗੀ 6/9 ਹੋਣੀ ਚਾਹੀਏ ਦੋਨੋਂ ਅੱਖਾਂ, ਪਰ ਹਾਂਜੀ ਪਰ ਮੇਰੀ ਨਹੀਂ ਸੀਗੀ। ਫਿਰ ਮੈਨੂੰ ਮਤਲਬ ਮੇਰੇ ਪਾਪਾ ਜੀ ਇੱਥੇ ਲੁਧਿਆਣੇ ਆਉਂਦੇ ਰਹਿੰਦੇ ਨੇ, ਤਾਂ ਉਹਨਾਂ ਨੇ ਦੱਸਿਆ ਜੀ ਇੱਥੇ ਕੋਈ ਇਕਬਾਲ ਸਿੰਘ ਗਰੇਵਾਲ ਨਾਮ ਕੇ ਡਾਕਟਰ ਸਾਹਿਬ, ਤੇ ਉਹਨਾਂ ਦੀ ਦਵਾਈ ਕਰਕੇ ਅੱਖਾਂ ਠੀਕ ਹੋ ਜਾਂਦੀਆਂ ਨੇ, ਤੇ ਮੇਰੇ ਪਾਪਾ ਤੇ मैं ਇੱਥੇ ਆਏ ਸੀਗੇ। क्या दिक्कत आ रही थी आपको आँख में जब आप यहाँ पर आए? और आपको यहाँ पर आने का किसने बताया, ये भी बताइए। हमारे पास में पड़ोस में थे एक भैया, वो दवाई लेके गए थे यहाँ से, उनको फ़र्क लगा था, उन्होंने बताया तो मैं यहाँ पे आया। पहले जो मेडिकल में मेरा 6/12 था उसमें मैं बाहर हो गया था। अब फिर से मेरे पेपर फिर से निकाला है, इस बार फिर से मेडिकल में दवाई डलवाने आया हुआ, उस वजह से। तो आपको फर्क पड़ा आपकी आंखों की रोशनी में? हाँ जी फर्क है। बैलेंस हो गया जो आपको चाहिए था आपके एयरफोर्स के हिसाब से? उससे थोड़ा वैसे फ़र्क तो पड़ा है। ਸਰ ਲੱਖਾਂ ਰੁਪਏ ਲੱਗ ਜਾਂਦੇ ਨੇ ਇਹ ਟ੍ਰੀਟਮੈਂਟ ਕਰਾਉਣ ਲਈ। ਤੁਸੀਂ ਸਰ ਕਦੀ ਪਹਿਲੇ ਟ੍ਰੀਟਮੈਂਟ ਕਰਾਇਆ? ਟ੍ਰੀਟਮੈਂਟ ਮੇਰਾ 17 ਸਾਲ ਤੋਂ ਚੱਲੀ ਜਾ ਰਿਹਾ ਜੀ, ਦਵਾਈ ਪਾ ਰਿਹਾ ਮੈਂ। ਤੇ ਤੁਸੀਂ ਕਾਫੀ ਲੱਖਾਂ ਰੁਪਏ ਹੁਣ ਤੱਕ ਖਰਚ ਕਰ ਦਿੱਤੇ ਹੋਣਗੇ। ਹਾਂ ਹੋ ਗਏ ਹੋਣਗੇ ਜੀ। ਪਹਿਲਾਂ ਇੱਕ ਦਵਾਈ ਪਾਈ, ਫਿਰ ਜਦੋਂ ਉਹਦਾ ਅਸਰ ਘਟ ਗਿਆ ਫਿਰ 2 ਹੋ ਗਈਆਂ, ਫਿਰ ਦੂਜੀ ਦਾ ਅਸਰ ਘਟ ਗਿਆ ਫਿਰ ਇੱਕ ਹੋਰ ਲਾਤੀ 3 ਹੋ ਗਈਆਂ। ਪਹਿਲਾਂ ਮੈਂ ਲੋਕਲ ਉੱਥੋਂ ਕੋਟਪੁਰੇ ਤੋਂ ਇਲਾਜ ਕਰਵਾਉਂਦਾ ਸੀਗਾ, ਜਦੋਂ ਉਹਨਾਂ ਨੇ 8-7 ਸਾਲ ਕਰਕੇ ਇਲਾਜ ਕਹਿੰਦੇ ਹੁਣ ਆਪਰੇਸ਼ਨ ਹੋਊਗਾ, ਮੈਂ ਡਾਕਟਰ ਬਦਲ ਲਿਆ। ਦੂਜੇ 'ਤੇ ਗਿਆ 2 ਮਹੀਨੇ ਗਿਆ, ਫਿਰ ਉਹ ਵੀ ਕਹਿੰਦੇ ਵੀ ਆਪਰੇਸ਼ਨ ਹੋਊਗਾ, ਮੈਂ PGI ਚੰਡੀਗੜ੍ਹ ਚਲਾ ਗਿਆ। ਹੁਣ PGI ਚੰਡੀਗੜ੍ਹ ਜਿਹੜਾ ਸੀ ਮੇਰਾ ਉਹ 6 ਸਾਲ ਇਲਾਜ ਚੱਲਿਆ, 6.5 ਸਾਲ। ਤੁਹਾਨੂੰ ਸਰ ਇਸ ਜਗ੍ਹਾ ਦੇ ਬਾਰੇ ਕਿੰਨੇ ਦੱਸਿਆ? ਉਹ ਮੈਂ ਫੇਸਬੁੱਕ ਤੋਂ ਪਤਾ ਲੱਗਿਆ ਜੀ। ਫੇਸਬੁੱਕ ਤੋਂ ਪਤਾ ਲੱਗਿਆ ਤੁਹਾਨੂੰ? ਤੇ ਤੁਸੀਂ ਹੁਣ ਇੱਧਰ ਬਰਾਬਰ ਆ ਰਹੇ ਹੋ, ਤੁਹਾਨੂੰ ਕੁਝ ਫਰਕ ਲੱਗਦਾ? ਫਸਟ ਟਾਈਮ ਆਇਆ ਜੀ ਮੈਂ। ਤੁਸੀਂ ਫਸਟ ਟਾਈਮ ਆਏ? ਪਰ ਇੱਕ ਚੀਜ਼ ਮੈਨੂੰ ਇਹਨਾਂ ਦੀ ਜਿਹੜੀ ਵਧੀਆ ਲੱਗੀ ਹੋਇਆ ਕਿ ਮੈਂ ਐਲੋਪੈਥੀ ਤਾਂ ਮੈਂ ਛੱਡ ਹੀ ਨਹੀਂ ਸਕਦਾ ਗਾ। ਕਹਿੰਦੇ ਵੀ ਮੈਨੂੰ ਫਸਟ ਟਾਈਮ ਜਦੋਂ ਡਿਟੈਕਟ ਹੋਇਆ ਸੀ, ਡਾਕਟਰ ਕਹਿੰਦੇ ਵੀ ਰੋਟੀ ਖਾਣੀ ਭੁੱਲ ਜਾਣੀ ਹੈ ਤੇ ਦਵਾਈ ਨਹੀਂ ਭੁੱਲਣੀ, ਵੀ ਅੱਖ ਦਾ ਪ੍ਰੈਸ਼ਰ ਵੱਧ ਜਾਂਦਾ। ਤੇ ਮੈਂ ਹੋਮੋਪੈਥੀ ਵੀ ਟਰਾਈ ਕੀਤੀ ਨਾਲ, ਉਹਨਾਂ ਦੀ ਵੀ ਹਿੰਮਤ ਨਹੀਂ ਪਈ ਵੀ ਮੇਰੀ ਦਵਾਈ ਬੰਦ ਕਰਾ ਦੇਣ ਐਲੋਪੈਥੀ ਦੀ। ਮੈਂ ਫਿਰ ਸਰ ਕਿ ਹੋ ਜਾਏਗਾ ਸਾਰਾ ਮੈਂ ਦੱਸ ਰਿਹਾ ਨਾ, ਮੈਂ ਇਲੈਕਟ੍ਰੋਪੈਥੀ ਵੀ 10 ਮਹੀਨੇ ਦਵਾਈ ਖਾਧੀ ਆ, ਉਹਨਾਂ ਦੀ ਵੀ ਹਿੰਮਤ ਨਹੀਂ ਪਈ ਵੀ ਐਲੋਪੈਥੀ ਬੰਦ ਕਰ ਦਈਏ। ਇਹਨਾਂ ਕੋਲੇ ਮੈਂ ਅੱਜ ਆਇਆ, ये कहते आज तो दवाइयाँ बंद थोड़ियाँ। मैं तो यही कहना चाहूँगा कि लेसिक तो जितना हो सके उतना अवॉइड करना चाहिए, और उसके बाद मतलब अगर छोटा बहुत नंबर है तो अंकल के पास आके दवाई लो, ज़्यादा नंबर है तो थोड़ा टाइम लगेगा पर बिल्कुल फिट हो जाएगी, धीरे धीरे कम हो जाएगा। पर जो एकदम ये होता है ना लेसिक करा के और ठीक हो जाए और फिर दोबारा नुकसान, तो मैं तो अपने कई फ्रेंड्स को भी बोला है, बहुतों को मैंने मना कराया, मगर भाई कोई फ़ायदा नहीं है कराने का। तो मुझे पहले कुछ नहीं दिखता था, बिल्कुल ब्लैंक, यानी कि ऐसा दिखता था सफ़ेद। अब मुझे धीरे धीरे इम्प्रूवमेंट हो रहा है। तो अब मुझे, मैं ऐसे देखती हूँ ना तो मुझे पीछे कलर नज़र आता है कि हाँ ये थोड़ा येलो कलर है, ये ब्लैक कलर है, बट ऐसा लगता है जैसे बादलों में कुछ है। सत श्री अकाल सर मैं बाहरों आ रही हाँ तो मैं देख रही हाँ काफ़ी सारी भीड़ लगी हुई है, वो किस चीज़ की है? तो तुसी की चीज़ इत्थे की चीज़ों का इलाज होता है? ਅਸੀਂ ਮੇਨਲੀ ਅੱਖਾਂ ਦਾ ਇਲਾਜ ਕਰਦੇ ਹਾਂ ਜੀ। ਅੱਖਾਂ ਦੀ ਕੋਈ ਬਿਮਾਰੀ ਵੀ ਹੈ ਉਹਦਾ ਇਲਾਜ ਕਰਦੇ ਹਾਂ ਜੀ। ਜਿਵੇਂ ਕੈਟਰੈਕ ਹੋ ਗਿਆ, ਗਲੂਕੋਮਾ ਹੋ ਗਿਆ, ਰੈਟੀਨਾ ਡਿਟੈਚ ਹੋ ਗਿਆ, ਕੋਈ ਵੀ ਨੰਬਰ ਹੈਗਾ, ਸਪੈਕਸ ਦਾ ਕੋਈ ਵੀ ਨੰਬਰ ਹੈਗਾ, ਬੱਚਿਆਂ ਦੇ ਅੱਜ ਕੱਲ੍ਹ ਜ਼ਿਆਦਾ ਸਕਿੰਟ ਦੀ ਪ੍ਰੋਬਲਮ ਆ ਰਹੀ ਹੈ, ਉਹ ਹਰ ਬਿਮਾਰੀ ਦਾ ਅਸੀਂ ਇਲਾਜ ਕਰਦੇ ਹਾਂ। ਮੈਂ ਦੇਖਿਆ ਸਰ ਨਾ ਤਾਂ ਇੱਥੇ ਕੋਈ ਐਕਸ-ਰੇ ਮਸ਼ੀਨ ਹੈ, ਤੁਸੀਂ ਇਵੈਲੂਏਟ ਕਿਵੇਂ ਕਰਦੇ ਹੋ ਕਿ ਕਿਸੇ ਦੇ ਅੰਦਰ ਕਿ ਅੱਖ ਦੇ ਅੰਦਰ ਕਿਸ ਚੀਜ਼ ਦੀ ਪ੍ਰੋਬਲਮ ਹੋ, ਕਿਵੇਂ ਤੁਹਾਨੂੰ
ਕੋਈ ਮਤਲਬ ਬਖਸ਼ ਕਹਿ ਲਓ ਇਹਨੂੰ, ਤੁਸੀਂ ਕੀ ਕਹੋਗੇ ਇਹਨੂੰ? ਨਹੀਂ, ਨਾਟ ਬਖਸ਼ ਨਹੀਂ ਹੈ। ਮੇਰੇ ਪਿਤਾ ਜੀ ਨੇ ਬੜਾ ਪੁਰਾਣਾ 37-38 ਸਾਲ ਤੋਂ ਅਸੀਂ ਇਹ ਸੇਵਾ ਕਰਦੇ ਆ ਰਹੇ। ਕਾਫੀ ਮੇਰੇ ਪਿਤਾ ਜੀ ਨੂੰ ਐਕਸਪੀਰੀਅੰਸ ਹੋ ਗਿਆ ਸੀਗਾ। ਮੈਂ ਪਿਤਾ ਜੀ ਨਾਲ 27-28 ਸਾਲ ਤੋਂ ਪਿਤਾ ਜੀ ਨਾਲ ਕੰਮ ਕੀਤਾ ਅਤੇ ਉਹਨਾਂ ਨੇ ਮੈਨੂੰ ਸਾਰਾ ਕੁਛ ਦੱਸਿਆ, ਕਿਉਂਕਿ ਮੇਰੇ ਪਿਤਾ ਜੀ ਬਹੁਤ ਮਿਹਨਤ ਕਰਦੇ ਸੀ, ਭਗਤੀ ਕਰਦੇ ਸੀ, ਪਾਠ ਪੂਜਾ ਬਹੁਤ ਕਰਦੇ ਸੀ, ਅਤੇ ਸਾਨੂੰ ਐਕਸਪੀਰੀਅੰਸ ਹੀ ਇੰਨਾ ਹੋ ਗਿਆ ਕਿ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਦੱਸ ਦਿੰਦੇ ਹਾਂ ਵੀ ਇਹਨਾਂ ਨੂੰ ਇੰਨੀ ਕੁ ਦਿੱਕਤ ਹੈਗੀ। ਜਿਹੜੀ ਦਵਾਈ ਦੀ ਸਰ ਤੁਸੀਂ ਗੱਲ ਕਰ ਰਹੇ ਹੋ, ਇਹ ਦਵਾਈ ਤੁਸੀਂ ਆਪ ਪ੍ਰਿਪੇਅਰ ਕਰਦੇ ਹੋ? ਜੀ, ਪਹਿਲਾਂ ਮੇਰੇ ਪਿਤਾ ਜੀ ਕਰਦੇ, ਮੈਂ ਪਿਤਾ ਜੀ ਦੇ ਨਾਲ ਕਰਦਾ ਸੀਗਾ ਜੀ। ਹੁਣ ਅਸੀਂ ਆਪ ਕਰਦੇ ਹਾਂ। ਅਤੇ ਉਹ ਦਵਾਈ ਬਣਾਉਣ ਨੂੰ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ? ਬਹੁਤ ਜ਼ਿਆਦਾ ਟਾਈਮ ਲੱਗਦਾ ਜੀ। ਕੋਈ 15 ਸਾਲ 10 ਸਾਲ ਦਵਾਈ ਪਰ ਮੈਚੋਰ ਹੋਣ ਨੂੰ ਟਾਈਮ ਲੱਗਦਾ, ਅਤੇ ਕਾਫੀ ਲੰਬਾ ਟਾਈਮ ਲੱਗਦਾ ਜੀ। ਅਤੇ ਕਾਫੀ ਟਾਈਮ ਤੁਹਾਡੇ ਪਿਤਾ ਜੀ ਨੇ ਇਹ ਸੇਵਾ ਕੀਤੀ, ਅਤੇ ਹੁਣ ਇਹ ਮੈਂ ਕਹਿ ਸਕਦੀ ਹਾਂ ਇੱਕ ਤਰੀਕੇ ਨਾਲ ਪੀੜ੍ਹੀ ਦਰ ਪੀੜ੍ਹੀ ਤੁਹਾਡੇ ਕੋਲ ਅੱਗੇ ਆ ਗਈ ਇਸ ਚੀਜ਼ ਦਾ ਕਰਨਾ। ਕੋਸ਼ਿਸ਼ ਹੈ ਜੀ, ਸਾਡੇ ਪਿਤਾ ਜੀ ਨੇ ਕੀਤੀ ਹੈ ਕੋਸ਼ਿਸ਼ ਹੈ, ਅਸੀਂ ਉਹਨਾਂ ਦਾ ਜੋ ਹੁਕਮ ਹੋਇਆ, ਜੋ ਇੰਨੀ ਮਿਹਨਤ ਕਰਕੇ ਗਏ ਨੇ, ਉਸ ਨੂੰ ਮੇਨਟੇਨ ਕਰ ਸਕੀਏ, ਅਤੇ ਮੈਕਸਿਮਮ ਕੋਸ਼ਿਸ਼ ਕਰ ਰਹੇ ਸੀ। ਸਰਦਾਰ ਇਕਬਾਲ ਸਿੰਘ ਜੀ ਗਰੇਵਾਲ, ਸਰਦਾਰ ਭੁਪਿੰਦਰ ਸਿੰਘ ਜੀ ਗਰੇਵਾਲ, ਅਤੇ ਹੁਣ ਅਸੀਂ ਕਰਾਵਾਂਗੇ ਉਹਨਾਂ ਦੀ 3rd ਜਨਰੇਸ਼ਨ ਬਾਰੇ ਗੱਲ, ਜਿਹੜੀ ਇਹ ਸੇਵਾ ਦੇ ਨਾਲ ਜੁੜ ਗਈ ਹੈ। ਇਹ ਵੀ ਬਾਹਰ ਰਹਿੰਦੇ ਸੀਗੇ, ਵਾਪਸ ਆ ਗਏ ਨੇ ਸਿਰਫ ਲੋਕਾਂ ਦੀ ਸੇਵਾ ਲਈ। ਆਓ ਗੱਲ ਕਰਦੇ ਹਾਂ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੋਤ ਸਰੂਪ ਗਰੇਵਾਲ। ਓਕੇ ਸਰ, ਅਤੇ ਤੁਸੀਂ ਵੀ ਆਹੀ ਪੂਰੀ ਸੇਵਾ ਦੇ ਅੰਦਰ ਵਿੱਚ ਹੁਣ ਇਨਵੋਲਵ ਹੋਣ ਜਾ ਰਹੇ ਹੋ? ਹਾਂਜੀ, ਥੋੜ੍ਹੇ ਜਿਹੇ ਸਾਲ ਹੋਏ ਨੇ, 4-5 ਸਾਲ ਹੋਏ ਨੇ। ਮੈਂ ਥੋੜ੍ਹਾ ਜਿਹਾ ਜ਼ਿਆਦਾ ਕੰਟਰੀਬਿਊਟ ਕਰਨ ਲੱਗ ਗਿਆ ਸੀਗਾ ਇੱਧਰ, ਪਰ ਉਦੋਂ ਪਹਿਲਾਂ ਮੈਂ ਕੈਨੇਡਾ ਜੌਬ ਕਰਦਾ ਸੀਗਾ। ਐਂਡ ਇੱਧਰ ਆਈ ਸੌ ਦੈਟ ਇੱਧਰ ਜਿਹੜਾ ਲੋਕਾਂ ਦਾ ਰੁਝਾਨ ਹੈਗਾ ਐਂਡ ਜਿਹੜਾ ਫਾਇਦਾ ਹੋ ਰਿਹਾ ਉਹ ਬਹੁਤ ਜ਼ਿਆਦਾ ਹੋ ਰਿਹਾ। ਸੋ ਜ਼ਿਆਦਾ ਫੁਲਫਿਲਿੰਗ ਫੀਲਿੰਗ ਸੀਗੀ ਐਜ਼ ਅ ਜੌਬ। ਮੋਰ ਸੈਟਿਸਫੈਕਸ਼ਨ ਯੂ ਕੈਨ ਸੇ। ਐਬਸੋਲੂਟਲੀ। ਤੇ ਤੁਸੀਂ ਵੀ ਸਰ ਹੁਣ ਆਈਡੈਂਟੀਫਾਈ ਕਿਵੇਂ ਕਰਦੇ ਹੋ? ਇਹ ਵੀ ਤੁਹਾਨੂੰ ਹੁਣ ਆਈ ਥਿੰਕ ਜਨਰੇਸ਼ਨ ਟੂ ਜਨਰੇਸ਼ਨ, ਕਿਉਂਕਿ ਇਹ ਚੀਜ਼ ਪਾਸ ਹੋਈ ਹੈ, ਤੇ ਤੁਸੀਂ ਵੀ ਹੁਣ ਇਹੀ ਪੂਰੇ ਪ੍ਰੋਸੈਸ ਨੂੰ ਅੱਗੇ ਕੰਟੀਨਿਊ ਕਰੋਗੇ? ਹਾਂਜੀ ਬਿਲਕੁਲ। ਆਈ ਥਿੰਕ ਜਿਵੇਂ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਅਤੇ ਮੇਰੇ ਫਾਦਰ ਸਾਹਿਬ ਰਨ ਕਰ ਰਹੇ ਨੇ, ਮੈਂ ਬਿਲਕੁਲ ਉਵੇਂ ਹੀ ਕੰਟਰੀਬਿਊਟ ਕਰਨਾ ਚਾਹੂੰਗਾ ਅਤੇ ਉਵੇਂ ਹੀ ਚਲਾਉਣਾ ਚਾਹੂੰਗਾ ਕੰਮ ਨੂੰ ਇਨ ਦ ਫਿਊਚਰ। ਜਸਟ ਅ ਵੈਰੀ ਪਰਸਨਲ ਥਿੰਗ। ਮੇਰੀ ਇੱਕ ਵਾਰੀ ਅੱਖਾਂ ਖਰਾਬ ਹੋ ਗਈਆਂ ਸੀਗੀਆਂ ਅਬਾਊਟ 10 ਸਾਲ ਪਹਿਲਾਂ। ਬਹੁਤ ਮਾਈਨਰ ਜੀ ਖਰਾਬ ਹੋਈਆਂ ਸੀ। ਮੈਨੂੰ ਮੇਰਾ ਪਹਿਲਾ ਜੌਬ ਇਹੋ ਜਿਹਾ ਸੀਗਾ, 8 to 5 ਜੌਬ ਸੀਗਾ, ਸਕਰੀਨ ਟਾਈਮ ਬਹੁਤ ਸੀਗਾ, ਅਤੇ ਮੈਨੂੰ ਪਤਾ ਲੱਗਣ ਲੱਗ ਗਿਆ ਸੀ 3 ਕੁ ਮਹੀਨਿਆਂ 'ਚ ਕਿ ਮੇਰੀ ਅੱਖਾਂ ਖਰਾਬ ਹੋ ਰਹੀਆਂ ਨੇ। ਸੋ ਮੈਂ ਹਫ਼ਤਾ ਕੁ ਯੂਜ਼ ਕੀਤੀ, ਮੇਰੀ ਹਫ਼ਤੇ 'ਚ ਹੀ ਅੱਖਾਂ ਠੀਕ ਹੋ ਗਈਆਂ ਸੀ, ਅਤੇ ਉਸ ਤੋਂ ਬਾਅਦ ਮੈਨੂੰ ਡਰੋਪਸ ਦੀ ਕਦੇ ਲੋੜ ਨਹੀਂ ਪਈ ਐਜ਼ ਸੱਚ, ਬਟ ਮੈਂ ਕਦੇ ਕਦੇ ਪਾ ਲੈਂਦਾ ਜਸਟ ਫॉर द ਸੇਕ ਆਫ ਇਟ। ਸੋ ਹਾਂਜੀ। ਲੋਕੀ ਕਹਿੰਦੇ ਨੇ ਹਲਵਾਈ ਆਪਣੀ ਮਿਠਾਈ ਨਹੀਂ ਖਾਂਦਾ, ਲੇਕਿਨ ਤੁਸੀਂ ਆਪਣੀ ਦਵਾਈ ਆਪ ਟਰਾਈ ਕਰਕੇ ਉਹਨੂੰ ਟੈਸਟ ਐਂਡ ਵੈਰੀਫਾਈਡ ਹੋ ਕੇ ਕੀਤੀ ਹੋਈ ਹੈ। ਹਾਂਜੀ ਬਿਲਕੁਲ। ਆਈ ਥਿੰਕ ਆਪਣਾ ਵਿਸ਼ਵਾਸ ਹੀ ਉਦੋਂ ਬਣਦਾ ਹੈਗਾ ਜਦੋਂ ਆਪਣੇ ਨਾਲ ਆਪ ਬੀਤੀ ਹੋਵੇ ਅਤੇ ਆਪਾਂ ਆਪ ਕੋਈ ਅਕੰਪਲਿਸ਼ਮੈਂਟ ਕੀਤੀ ਹੋਵੇ। ਸੋ ਉਦੋਂ ਤੋਂ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈਗਾ ਇਹਦੇ ਵਿੱਚ। ਐਂਡ ਈਵਨ ਦੋ ਮਾਡਰਨ ਸਾਇੰਸ ਇਹੀ ਕਹਿੰਦੀ ਹੈ ਵੀ ਅੱਖਾਂ ਦਾ ਕੋਈ ਇਲਾਜ ਨਹੀਂ ਹੈਗਾ, ਸਪੈਕਸ ਦਾ ਕੋਈ ਇਲਾਜ ਨਹੀਂ ਹੈਗਾ, ਬਟ ਮੇਰਾ ਆਪਦਾ ਹੋਇਆ ਅਤੇ ਮੈਂ ਲੋਕਾਂ ਦਾ ਹੁੰਦਾ ਦੇਖਿਆ ਸੀਗਾ ਐਜ਼ ਅ ਕਿਡ। ਬਹੁਤ ਲੋਕ ਦੇਖੇ ਸੀਗੇ, 500 ਬੰਦਾ ਵੀ ਬਾਹਰ ਖੜ੍ਹਾ ਦੇਖਿਆ ਮੈਂ ਗੇਟ ਦੇ ਛੋਟੇ ਹੁੰਦੇ। ਸੋ ਮੈਨੂੰ ਪੂਰਾ ਵਿਸ਼ਵਾਸ ਹੈ ਜੀ। ਸੋ ਥੈਂਕ ਯੂ ਸੋ ਮਚ। ਇਹ ਸੀਗੀ ਅੱਗੇ 3rd ਜਨਰੇਸ਼ਨ, ਤੁਸੀਂ ਪੂਰਾ ਪ੍ਰੋਸੈਸ ਦੇਖਿਆ ਹੈ। ਅਤੇ ਹੁਣ ਜੇ ਤੁਸੀਂ ਕਿਸੇ ਨੂੰ ਵੀ ਅੱਖਾਂ ਦੀ ਰੋਸ਼ਨੀ ਤੋਂ ਰਿਲੇਟਡ ਕੋਈ ਵੀ ਚੀਜ਼ ਦੀ ਦਿੱਕਤ ਹੈ, ਪਰੇਸ਼ਾਨੀ ਹੈ, ਉਹ ਇੱਥੇ ਆ ਸਕਦਾ ਹੈ। ਐਡਰੈਸ ਆਲਰੇਡੀ ਤੁਹਾਡੇ ਕੋਲ ਆ ਜਾਏਗਾ, ਫ਼ੋਨ ਨੰਬਰ ਆ ਜਾਏਗਾ, ਪਲੀਜ਼ ਕੰਟੈਕਟ ਕਰੋ।